ਅੱਜ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਆਪ ਸਭ ਲਈ ਸੁੱਖਾਂ ਦੇ ਸੁਨੇਹੇ ਤੇ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਮਹੀਨਾ ਲੈ ਕੇ ਆਵੇ। ਪੁਰਾਤਨ ਸਮੇਂ ਵਿੱਚ ਵੀ ਇਉਂ ਹੀ ਧਾਰਮਿਕ ਲੋਕ ਕਿਹਾ ਕਰਦੇ ਸਨ। ਅਜੋਕੇ ਸਮੇਂ ਵਿੱਚ ਵੀ ਉਵੇਂ ਹੀ ਕਹਿ ਰਹੇ ਹਨ। ਪੁਰਾਤਨ ਸਮੇਂ ਵਿੱਚ ਲੋਕ ਪੰਡਤਾਂ ਕੋਲ, ਪੁਰੋਹਿਤਾਂ ਕੋਲ, ਧਾਰਮਿਕ ਆਗੂਆਂ ਕੋਲ ਜਾਂਦੇ ਸਨ ਮਹੀਨੇ ਦਾ ਨਾਂ ਸੁਣਨ ਵਾਸਤੇ। ਤੋ ਮਹੀਨੇ ਦਾ ਨਾਂ ਸੁਣਾਇਆ ਕਰਦੇ ਸਨ ਤੇ ਨਾਲ ਪ੍ਰਾਰਥਨਾ ਕਰਦੇ ਸਨ ਵੀ ਇਹ ਮਹੀਨਾ ਤੁਹਾਡੇ ਵਾਸਤੇ ਸੁੱਖ ਲੈ ਕੇ ਆਵੇ, ਸਹੂਲਤਾਂ ਲੈ ਕੇ ਆਵੇ, ਖੁਸ਼ੀਆਂ ਦੇਵੇ। ਤੇ ਉਹਦੇ ਬਦਲੇ ਉਹ ਦਕਸ਼ਣਾ ਲੈਂਦੇ ਸਨ। ਕੁਛ ਨਾ ਕੁਛ ਲੈ ਕੇ ਫਿਰ ਉਹ ਪਾਠ ਪੂਜਾ ਕਰਦੇ ਸਨ ਉਹਨਾਂ ਵਾਸਤੇ ਤੇ ਪ੍ਰਾਰਥਨਾ ਕਰਦੇ ਸਨ। ਉਹਨਾਂ ਨੂੰ ਮਹੀਨੇ ਦਾ ਨਾਂ ਸੁਣਾਉਂਦੇ ਸਨ। ਪਰ ਜਿਹੜੇ ਪਰਮ ਪੁਰਖ ਹਨ, ਜਾਗਰਤ ਪੁਰਖ, ਉਹ ਉਪਦੇਸ਼ ਦਿੰਦੇ ਹਨ। ਕਿਸੇ ਵੀ ਬਹਾਨੇ ਪ੍ਰਾਣੀ ਮਾਤਰ ਨੂੰ ਉਪਦੇਸ਼ ਦਿੱਤਾ ਜਾ ਸਕੇ, ਉਹਨਾਂ ਨੇ ਮਹੀਨਿਆਂ ਦੇ ਬਹਾਨੇ ਉਪਦੇਸ਼ ਦਿੱਤਾ, ਉਹਨਾਂ ਨੇ ਹਫ਼ਤਿਆਂ ਦੇ ਬਹਾਨੇ ਉਪਦੇਸ਼ ਦਿੱਤਾ, ਉਹਨਾਂ ਨੇ ਥਿੱਤਾਂ ਵਾਰਾਂ ਦੇ ਬਹਾਨੇ ਨਾਲ ਉਹ ਵੀ ਉਪਦੇਸ਼ ਦਿੱਤਾ। ਪਹਿਰਾਂ ਘੜੀਆਂ ਦੇ ਬਹਾਨੇ ਨਾਲ ਵੀ ਉਪਦੇਸ਼ ਦਿੱਤਾ। ਉਹ ਤੇ ਬਹਾਨਾ ਲੱਭਦੇ ਹਨ ਤੇ ਉਪਦੇਸ਼ ਦਿੰਦੇ ਹਨ। ਸਿਰਫ ਇਹ ਕਹਿਣ ਦੇ ਨਾਲ ਤੁਹਾਨੂੰ ਸੁੱਖ ਸਹੂਲਤਾਂ ਮਿਲ ਥੋੜ੍ਹੀ ਜਾਣੀਆਂ ਹਨ। ਏਦਾਂ ਤੇ ਸਾਰੇ ਹੀ ਕਹੀ ਜਾਂਦੇ ਹਨ। ਆਪਣਿਆਂ ਨੂੰ ਤੇ ਹਰ ਕੋਈ ਇਹੋ ਹੀ ਕਹਿੰਦਾ ਹੈ। ਆਸੀਸ ਦਿੰਦੀਆਂ ਹਨ ਮਾਈਆਂ, ਸੁਖੀ ਰਵੇਂ ਸੁਖੀ ਵਸੇ। ਏਦਾਂ ਕਹਿਣ ਦੇ ਨਾਲ ਕੋਈ ਸੁਖੀ ਰਹਿੰਦਾ ਹੈ? ਨਵਾਂ ਸਾਲ ਚੜ੍ਹਦਾ ਹੈ ਤਾਂ ਵੀ ਲੋਕ ਏਦਾਂ ਹੀ ਮੈਸੇਜ ਕਰਦੇ ਰਹਿੰਦੇ ਹਨ। ਆਹ ਜਿਹੜਾ ਨਵਾਂ ਸਾਲ ਚੜ੍ਹਿਆ ਸੀ, ਕਿੰਨੇ ਨਹੀਂ ਮੈਸੇਜ ਕੀਤੇ ਹੋਣੇ ਲੋਕਾਂ ਨੇ, ਸੁੱਖਾਂ ਭਰਿਆ ਹੋਵੇ। ਕਿੰਨੀਆਂ ਪ੍ਰਾਰਥਨਾ ਕੀਤੀਆਂ ਤੇ ਕਿੰਨੀਆਂ ਬਿਪਤਾ ਆਈਆਂ। ਏਦਾਂ ਕਹਿਣ ਦੇ ਨਾਲ ਥੋੜ੍ਹੀ ਹੋ ਜਾਣਾ ਹੈ। ਪਰ ਪਰਮ ਪੁਰਖ ਜੋ ਕਹਿੰਦੇ ਹਨ ਨਾ, ਉਹ ਤੁਹਾਡੀ ਸਮਝ ਵਿੱਚ ਹੁਣ ਵੀ ਨਹੀਂ ਆ ਰਿਹਾ ਹੈ। ਪੁਰਾਣੇ ਸਮੇਂ ਦੇ ਵਿੱਚ ਤੇ ਤੁਹਾਨੂੰ ਲੱਗਦਾ ਸੀ ਨਾ ਵੀ ਉਹ ਜਿਹੜੇ ਸਨਾਤਨ ਲੋਕ ਸਨ, ਪਰੰਪਰਾਵਾਦੀ, ਉਹ ਨਹੀਂ ਸਮਝੇ ਹਨ। ਪਰ ਤੁਸੀਂ ਜਿਨ੍ਹਾਂ ਨੂੰ ਮੰਨ ਰਹੇ ਹੋ, ਉਹਨਾਂ ਨੂੰ ਹੁਣ ਵੀ ਨਹੀਂ ਸਮਝ ਰਹੇ ਹੋ। ਤਾਂ ਉਹਨਾਂ ਨੇ ਇਹਨਾਂ ਮਹੀਨਿਆਂ ਦੇ ਬਹਾਨੇ ਤੁਹਾਨੂੰ ਉਪਦੇਸ਼ ਦਿੱਤਾ ਹੈ। ਪਰ ਉਪਦੇਸ਼ ਸਮਝੋ, ਤੁਹਾਨੂੰ ਫਿਰ ਪਤਾ ਲੱਗੇਗਾ। ਇਸ ਮਹੀਨੇ ਦਾ ਉਪਦੇਸ਼ ਖਿਆਲ ਵਿੱਚ ਲਓ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲਿਐ ਹਰ ਜਾਏ,
ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬੇਨਤੀ ਕਰਹਿ, ਲੇਹੋ ਪ੍ਰਭੂ ਲੜ ਲਾਏ। ਜੋ ਹਰਿ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਅਸੋ ਸੁਖੀ ਵਸੰਦਿਆਂ, ਜਿਨਾ ਮਇਆ ਹਰ ਰਾਏ। ਦੇਖੋ, ਖਿਆਲ ਕਰੋ ਥੋੜਾ ਜਿਹਾ, ਉਪਦੇਸ਼ ਨੂੰ ਸਮਝੋ। ਗੁਰੂ ਸਾਹਿਬ ਜੀ ਕਹਿ ਰਹੇ ਹਨ, ਅਸੁਨ ਪ੍ਰੇਮ ਉਹ ਮਾਹੜਾ, ਕਿਉਂ ਮਿਲੀਐ ਹਰ ਜਾਏ। ਆਮ ਸਧਾਰਨ ਲੋਕਾਂ ਨੂੰ ਸਮਝਾ ਰਹੇ ਹਨ। ਆਮ ਸਧਾਰਨ ਭਾਸ਼ਾ ਦੇ ਵਿੱਚ ਹੀ ਸਮਝਾਇਆ ਜਾ ਸਕਦਾ ਹੈ, ਜੋ ਸਮਝ ਸਕਦੇ ਹਨ ਲੋਕ। ਤੇ ਆਮ ਖਿਆਲ ਇਹ ਹੈ ਵੀ ਗਰਮੀ ਤੋਂ ਬਾਅਦ ਜਦੋਂ ਸਰਦੀ ਸ਼ੁਰੂ ਹੁੰਦੀ ਹੈ, ਤੇ ਇੱਕ ਉਮੰਗ, ਇੱਕ ਚਾਉ, ਇੱਕ ਖੁਸ਼ੀ ਮਨ ਦੇ ਵਿੱਚ ਹੁੰਦੀ, ਪਿਆਰ ਉਮੜਦਾ ਹੈ ਆਮ ਸਾਧਾਰਨ ਜੀਵ ਦੇ ਮਨ ਦੇ ਅੰਦਰ ਵੀ। ਫਿਰ ਖਿਆਲ ਇਹ ਰੱਖਣਾ ਹੈ ਵੀ ਜਿਸ ਦੇਸ਼ ਦੇ ਵਿੱਚ ਗੁਰੂ ਸਾਹਿਬ ਜੀ ਰਹਿ ਰਹੇ ਹਨ, ਜਿਨ੍ਹਾਂ ਨੇ ਉਪਦੇਸ਼ ਦਿੱਤਾ ਹੈ, ਇਹ ਉਸੇ ਦੇਸ਼ ਦੀ ਗੱਲ ਕਰ ਰਹੇ ਹਨ। ਤੇ ਇਸ ਦੇਸ਼ ਦੇ ਵਿੱਚ ਇਸ ਮਹੀਨੇ ਸਰਦੀ ਸ਼ੁਰੂ ਹੋ ਜਾਂਦੀ ਹੈ, ਠੰਡੀਆਂ ਠੰਡੀਆਂ ਹਵਾਵਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ ਹਨ, ਗਰਮੀ ਤੋਂ ਛੁਟਕਾਰਾ ਮਿਲਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਵੀ ਪ੍ਰਭੂ ਦੇ ਪਿਆਰੇ, ਜਿਨ੍ਹਾਂ ਨੂੰ ਪ੍ਰਭੂ ਦਾ ਪ੍ਰੇਮ ਅੰਦਰੋਂ ਉਤਪੰਨ ਹੋਇਆ, ਅਸੁਨ ਪ੍ਰੇਮ ਉਮਾੜਾ, ਉਮੰਗ ਪੈਦਾ ਹੋਈ, ਚਾਉ ਪੈਦਾ ਹੋਇਆ, ਪਿਆਸ ਪੈਦਾ ਹੋਈ ਹੈ ਐਸੇ ਪ੍ਰਭੂ ਪਿਆਰਿਆਂ ਦੇ ਅੰਦਰ। ਤੇ ਉਹ ਸੋਚਦੇ ਹਨ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਵੀ ਅੰਦਰ ਪਿਆਸ ਤੇ ਪੈਦਾ ਹੋ ਗਈ ਹੈ ਪਿਆਰੇ ਨੂੰ ਮਿਲਣ ਦੀ, ਪਰ ਮਿਲਾਵੇ ਕੌਣ? ਜਿਹਦੀ ਪਿਆਸ ਪੈਦਾ ਹੋਈ ਹੈ, ਜਿਹਨੂੰ ਮਿਲਣ ਦੀ ਇੱਛਾ ਪੈਦਾ ਹੋਈ ਹੈ, ਉਹ ਮੰਗ ਪੈਦਾ ਹੋਈ ਹੈ, ਉਹ ਕੌਣ ਮਿਲਾਵੇ? ਸੰਤ ਸਹਾਈ ਪ੍ਰੇਮ ਕੇ, ਹਉ ਤਨ ਕੈ ਲਾਗਾਂ ਪਾਏ। ਕਹਿੰਦੇ ਉਸ ਪ੍ਰਭੂ ਨੂੰ, ਉਸ ਪਿਆਰੇ ਨੂੰ ਮਿਲਾਉਣ ਵਾਸਤੇ ਸਹਾਇਕ ਹਨ ਸੰਤ। ਸੰਤ ਬਣਦੇ ਹਨ ਵਿਚੋਲੇ, ਜਾਂ ਗੁਰੂ ਕਹਿ ਲਈ, ਪ੍ਰਭੂ ਦੇ ਪਿਆਰੇ। ਉਹ ਬਣਦੇ ਹਨ ਵਿਚੋਲੇ, ਉਹ ਬਣਦੇ ਹਨ ਸਹਾਇਕ ਉਸ ਪ੍ਰੀਤਮ ਨੂੰ ਮਿਲਣ ਵਾਸਤੇ, ਕਿਉਂਕਿ ਉਹ ਪ੍ਰੀਤਮ ਦਿਖਾਈ ਨਹੀਂ ਦਿੰਦਾ ਹੈ। ਚਾਉ ਤੇ ਪੈਦਾ ਹੋ ਗਿਆ ਹੈ, ਉਮੰਗ ਪੈਦਾ ਹੋ ਗਈ ਹੈ, ਤਰੰਗ ਪੈਦਾ ਹੋ ਗਈ। ਇਹ ਵੀ ਬਹੁਤ ਵੱਡੀ ਗੱਲ ਹੈ ਖਿਆਲ ਵਿੱਚ ਰੱਖਣਾ। ਜਿਨ੍ਹਾਂ ਨੂੰ ਪ੍ਰਮਾਤਮਾ ਦੀ ਪਿਆਸ ਪੈਦਾ ਹੋ ਜਾਵੇ ਨਾ, ਤਾਂ ਉਹਨਾਂ ਵਰਗਾ ਵੱਡਭਾਗੀ ਕੋਈ ਵੀ ਨਹੀਂ ਹੈ। ਇੱਕ ਮੈਨੂੰ ਘਟਨਾ ਯਾਦ ਆਈ, ਇੱਥੇ ਹੁਸ਼ਿਆਰਪੁਰ ਦੇ ਵਿੱਚ ਹੀ ਇੱਕ ਬਹੁਤ ਉੱਚ ਕੋਟੀ ਦੇ ਸੰਤ, ਉਹਨਾਂ ਕੋਲ ਕੋਈ ਪਿਆਸਾ ਚਲੇ ਗਿਆ, ਵੈਰਾਗ ਪੈਦਾ ਹੋਇਆ ਤੇ ਤੜਫ ਪੈਦਾ ਹੋਈ ਪ੍ਰਮਾਤਮਾ ਨੂੰ ਮਿਲਣ ਦੀ, ਸੰਸਾਰ ਵੱਲੋਂ ਵੈਰਾਗ ਹੋ ਗਿਆ। ਤੇ ਫਿਰ ਆਦਮੀ ਖੋਜਦਾ ਹੈ ਵੀ ਐਸੇ ਪ੍ਰਭੂ ਦੇ ਪਿਆਰਿਆਂ ਨੂੰ ਮਿਲੀਏ, ਜਿਹੜੇ ਉਹਦਾ ਪਤਾ ਦੱਸਣ, ਉਹਦੇ ਬਾਰੇ ਦੱਸਣ ਵੀ ਕਿਵੇਂ ਮਿਲਿਆ ਜਾ ਸਕਦਾ।
ਉਹ ਗਿਆ। ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਵੀ ਕਿਵੇਂ ਆਇਆ ਹਾਂ। ਜ਼ਿਆਦਾਤਰ ਲੋਕ ਤੇ ਸੰਸਾਰਿਕ ਇੱਛਾਵਾਂ ਲੈ ਕੇ ਆਉਂਦੇ ਹਨ, ਕਾਮਨਾਵਾਂ ਲੈ ਕੇ ਆਉਂਦੇ ਹਨ, ਚਾਹਤਾਂ ਲੈ ਕੇ ਆਉਂਦੇ ਤੇ ਇਸ ਕਰਕੇ ਪੁੱਛਣਾ ਪੈਂਦਾ। ਉਹ ਕਹਿੰਦਾ ਇਹ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਪ੍ਰਮਾਤਮਾ ਨੂੰ ਮਿਲਾ ਦਿਓ। ਉਹਦੇ ਅੰਦਰ ਇੰਨੀ ਤੜਪ ਸੀ। ਉਹਨਾਂ ਸੰਤਾਂ ਨੇ ਦੇਖਿਆ ਉਹਦੇ ਵੱਲ ਗੌਰ ਨਾਲ, ਤੇ ਕੁਛ ਪ੍ਰੇਮੀ ਬੈਠੇ ਹੋਏ ਸਨ ਉਹਨਾਂ ਕੋਲ ਗਿਰਸਤੀ। ਉਹਨਾਂ ਨੂੰ ਕਿਹਾ ਵੀ ਅੰਦਰੋਂ ਉਹ ਸਾਡੇ ਵਾਲਾ ਪਲੰਘ ਕੱਢ ਕੇ ਲਿਆਓ। ਉਹਨਾਂ ਨੇ ਕੱਢ ਕੇ ਲਿਆਂਦਾ। ਸਾਹਮਣੇ ਉਹਨਾਂ ਨੂੰ ਕਿਹਾ ਵੀ ਇੱਥੇ ਰੱਖ ਦਿਓ ਤੇ ਵਧੀਆ ਉੱਤੇ ਵਿਛਾਉਣਾ ਕਰੋ। ਸੁੰਦਰ ਚਾਦਰ ਉੱਤੇ ਉਹਨਾਂ ਨੇ ਵਸਾ ਦਿੱਤੀ। ਤੋ ਜੋ ਆਇਆ ਸੀ ਨਾ, ਜਿਹੜਾ ਗੁਰਮੁਖ ਪਿਆਰਾ, ਜਿਹੜਾ ਕਹਿੰਦਾ ਸੀ ਮੈਨੂੰ ਪ੍ਰਭੂ ਨੂੰ ਮਿਲਾ ਦਿਓ, ਉਹਨੂੰ ਉਹ ਸੰਤ ਕਹਿਣ ਲੱਗੇ ਵੀ ਤੂੰ ਇਸ ਮੰਜੇ ਤੇ ਬੈਠ ਗਿਆ। ਉਹ ਵੀ ਹੈਰਾਨ ਹੋ ਗਿਆ। ਉਹ ਕਹਿੰਦਾ ਮੈਂ ਕਿਵੇਂ ਬੈਠ ਸਕਦਾ ਹਾਂ, ਨਾਲੇ ਤੁਹਾਡੇ ਤੋਂ ਉੱਪਰ ਬੈਠਾ। ਐਡੀ ਸੁੰਦਰ ਤੁਸੀਂ ਵਸਾਈ ਮੇਰੇ ਵਾਸਤੇ ਕਿਉਂ ਕੀਤੀ ਹੈ? ਇੰਨੀ ਇੱਜ਼ਤ ਤੁਸੀਂ ਮੈਨੂੰ ਦੇ ਰਹੇ। ਮੈਂ ਤਾਂ ਸਿਰਫ ਪਰਮਾਤਮਾ ਨੂੰ ਮਿਲਣ ਵਾਸਤੇ ਚਾਹ ਪੈਦਾ ਹੋਈ, ਪਿਆਸ ਪੈਦਾ ਹੋਈ ਤੇ ਤੁਹਾਨੂੰ ਕਿਹਾ ਹੈ। ਉਹ ਸੰਤ ਕਹਿਣ ਲੱਗੇ ਤੂੰ ਬਹੁਤ ਭਾਗੀ ਹੈ। ਇਹ ਜਿਹੜੀ ਤੇਰੇ ਅੰਦਰ ਪਿਆਸ ਪੈਦਾ ਹੋਈ ਹੈ ਨਾ, ਉਮੰਗ ਪੈਦਾ, ਚਾਉ ਪੈਦਾ ਹੋਇਆ ਪ੍ਰਮਾਤਮਾ ਨੂੰ ਮਿਲਣਾ, ਉਹਦੀ ਅਸੀਂ ਇੱਜ਼ਤ ਕਰ ਰਹੇ ਹਾਂ, ਤੇਰੀ ਇੱਜ਼ਤ ਨਹੀਂ ਕਰ ਰਹੇ ਹਾਂ। ਐਸਾ ਤੇ ਕੋਈ ਵਿਰਲਾ ਹੀ ਹੈ ਜਿਹਦੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋ। ਤੇ ਫਿਰ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗਾਂ ਪਾਏ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਪ੍ਰਮਾਤਮਾ ਨੂੰ ਮਿਲਣ ਦੇ ਵਿੱਚ ਸਹਾਇਕ ਤੇ ਹੁੰਦੇ ਹਨ ਸੰਤ, ਪਰਮ ਪੁਰਖ, ਪ੍ਰਭੂ ਦੇ ਪਿਆਰੇ, ਪਰ ਉਹ ਸਹਾਇਤਾ ਤਾਂ ਹੀ ਕਰ ਸਕਦੇ ਹਾਂ ਅਗਰ ਪ੍ਰੇਮ ਹੋਵੇ। ਇਹ ਸ਼ਰਤ ਖਿਆਲ ਵਿੱਚ ਰੱਖਣੀ ਹੈ। ਮੈਂ ਵਾਰ-ਵਾਰ ਕਹਿੰਦਾ ਹਾਂ ਵੀ ਅਗਰ ਪ੍ਰੇਮ ਨਹੀਂ ਹੈ, ਸ਼ਰਧਾ ਨਹੀਂ ਹੈ, ਤੇ ਉਹ ਕੁਛ ਵੀ ਨਹੀਂ ਕਰ ਸਕਦੇ ਹਨ। ਉਹ ਆਪਣੇ ਕੋਲੋਂ ਅਗਰ ਤੁਹਾਨੂੰ ਕੁਛ ਦੇਣਾ ਵੀ ਚਾਹੁਣ ਨਾ, ਪਰਮਾਤਮਾ ਨੂੰ ਮਿਲਾ ਵੀ ਦੇਣਾ ਚਾਹੁਣ, ਤੇ ਉਹਨਾਂ ਦੀ ਚਾਹਤ ਕੰਮ ਨਹੀਂ ਕਰੇਗੀ। ਇੱਦਾਂ ਤੇ ਉਹ ਚਾਹੁੰਦੇ ਹੀ ਹਨ ਵੀ ਸਾਰੇ ਸੰਸਾਰ ਦੇ ਲੋਕ ਪਰਮਾਤਮਾ ਨੂੰ ਮਿਲ ਜਾਣ। ਤਦੇ ਉਹ ਬੋਲ ਵੀ ਰਹੇ ਹਨ, ਸਦੀਆਂ ਤੋਂ ਬੋਲਦੇ ਵੀ ਰਹੇ ਹਨ, ਉਪਦੇਸ਼ ਵੀ ਦਿੰਦੇ ਰਹੇ, ਪਰ ਉਹਨਾਂ ਦੀ ਚਾਹਤ ਨਹੀਂ ਕੰਮ ਆਉਂਦੀ। ਜਿੰਨੇ ਮਿਲਣਾ ਹੈ ਉਹਦਾ ਪ੍ਰੇਮ। ਸ਼ਰਧਾ ਤੋਂ ਬਗੈਰ ਪਰਮਾਤਮਾ ਵੱਲ ਤੁਸੀਂ ਨਹੀਂ ਜਾ ਸਕਦੇ। ਉਹ ਸਹਾਇਤਾ ਨਹੀਂ ਕਰ ਸਕਦੇ। ਖਿਆਲ ਵਿੱਚ ਰੱਖਣਾ, ਸਹਾਇਤਾ ਹੀ ਤਾਂ ਹੋ ਸਕਦੀ ਹੈ ਅਗਰ ਬਹੁਤ ਗਹਿਰੀ ਸ਼ਰਧਾ ਹੋਵੇ, ਬਹੁਤ, ਕਿਉਂਕਿ ਅਦ੍ਰਿਸ਼ਟ ਹੈ ਪਰਮਾਤਮਾ, ਅਗਮ ਅਗੋਚਰ ਹੈ। ਉਹ ਸਮਝ ਵਿੱਚ ਨਹੀਂ ਆਉਂਦਾ, ਉਹ ਪਕੜ ਵਿੱਚ ਨਹੀਂ ਆਉਂਦਾ, ਇੰਦਰੀਆਂ ਦੁਆਰਾ ਕਿਸੇ ਢੰਗ ਦੇ ਨਾਲ ਖਿਆਲ ਵਿੱਚ ਨਹੀਂ ਆਉਂਦਾ। ਤੇ ਜਿਹੜਾ ਵਿਚੋਲਾ ਬਣ ਰਿਹਾ ਹੈ, ਜਿਹੜਾ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਮਿਲਾ ਦੂੰਗਾ, ਉਹਨੂੰ ਜਿੰਦੀ ਪਿਆਸ ਪੈਦਾ ਹੋਈ, ਤੇ ਸਿਰਫ ਸ਼ਰਧਾ ਹੀ ਕੰਮ ਕਰਦੀ ਹੈ। ਸ਼ਰਧਾ ਕਰਨੀ ਪਵੇਗੀ, ਫਿਰ ਬਹੁਤ ਗਹਿਰੀ ਸ਼ਰਧਾ ਹੋਣੀ ਚਾਹੀਦੀ। ਪ੍ਰੇਮ ਤੋਂ ਬਾਅਦ ਸ਼ਰਧਾ ਪੈਦਾ ਹੁੰਦੀ। ਅਗਰ ਪ੍ਰੇਮ ਨਹੀਂ ਹੈ ਤਾਂ ਉਹ ਸਹਾਇਤਾ ਨਹੀਂ ਕਰ ਸਕਦਾ। ਸੰਤ ਸਹਾਈ ਪ੍ਰੇਮ ਕੇ ਹਉ ਤਿਨਕੈ ਲਾਗਾਂ ਪਾਏ। ਉਹਨਾਂ ਦੇ ਚਰਨੀ ਟਹਿ ਪਵਾਂ ਜਿਹੜੇ ਮੇਰੀ ਸਹਾਇਤਾ ਕਰਦੇ। ਪਰ ਸਹਾਇਤਾ ਵੀ ਉਹ ਸੰਤ ਸਹਾਈ ਪ੍ਰੇਮ ਕੀ। ਵਿਣ ਪ੍ਰਭ ਕਿਉਂ ਸੁਖ ਪਾਈਏ, ਦੂਜੀ ਨਾ ਹੀ ਜਾਏ। ਦੇਖੋ
ਕਹਿੰਦੇ ਬਿਨਾਂ ਪਰਮਾਤਮਾ ਤੋਂ ਸੁੱਖ ਕਿਵੇਂ ਪਾਈਏ। ਬਿਨਾਂ ਪਰਮਾਤਮਾ ਤੋਂ ਮਿਲਿਆ ਸੁੱਖ ਕਿਵੇਂ ਮਿਲੇ। ਹੋਰ ਦੂਜੀ ਜਗ੍ਹਾ ਤੇ ਕਿਤੇ ਸੁੱਖ ਨਹੀਂ ਮਿਲਦਾ, ਹੋਰ ਦੂਜੀ ਨਾ ਹੀ ਜਾਏ। ਹੋਰ ਕਿਤੇ ਵੀ ਤੁਸੀਂ ਚਲੇ ਜਾਓ ਸੁੱਖ ਨਹੀਂ ਮਿਲਦਾ। ਹੁਣ ਤੁਸੀਂ ਸੁੱਖਾਂ ਦੀਆਂ ਕਾਮਨਾਵਾਂ ਕਰੀ ਜਾਓ, ਦੂਸਰਿਆਂ ਨੂੰ ਆਸ਼ੀਰਵਾਦ ਦੇਈ ਜਾਓ, ਮਹੀਨਾ ਸੁੱਖਾਂ ਭਰਿਆ ਹੋਵੇ, ਤੇ ਏਦਾਂ ਸੁੱਖਾਂ ਭਰਿਆ ਥੋੜ੍ਹੀ ਹੋ ਜਾਵੇ। ਜਿਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖਿਆ ਹੈ ਨਾ, ਉਹ ਤ੍ਰਿਪਤ ਹੋ ਜਾਂਦੇ ਆ। ਤੇ ਸੁੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਨਹੀਂ ਮਿਲਦਾ ਹੈ, ਤੇ ਨਾ ਹੀ ਪ੍ਰੇਮ ਜੋ ਸੰਸਾਰ ਦੇ ਵਿੱਚ ਤੁਸੀਂ ਕਰ ਰਹੇ ਹੋ ਉਹਦੀ ਗੱਲ ਕਰ ਰਹੇ ਹਨ ਗੁਰੂ ਸਾਹਿਬ ਜੀ। ਸੰਸਾਰ ਦੇ ਵਿੱਚ ਜੋ ਤੁਸੀਂ ਪ੍ਰੇਮ ਕਰਦੇ ਹੋ ਉਹਦੇ ਵਿੱਚ ਤ੍ਰਿਪਤੀ ਨਹੀਂ ਮਿਲਦੀ, ਸੰਤੁਸ਼ਟੀ ਨਹੀਂ ਮਿਲਦੀ। ਜਿਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹਿਆ ਗਾਏ। ਉਹ ਪਰਮਾਤਮਾ ਦਾ ਪ੍ਰੇਮ ਹੀ ਤ੍ਰਿਪਤ ਕਰਦਾ ਹੈ। ਸੰਸਾਰ ਦਾ ਜਿਹੜਾ ਪ੍ਰੇਮ ਹੈ ਉਹ ਤ੍ਰਿਪਤ ਨਹੀਂ ਕਰਦਾ ਹੈ, ਅਤ੍ਰਿਪਤੀ ਲਿਆਉਂਦਾ ਹੈ। ਹੁਣ ਜਿੰਨਾ ਤੁਸੀਂ ਪ੍ਰੇਮ ਕਰਦੇ ਹੋ, ਜਿਨ੍ਹਾਂ ਨੂੰ ਚਾਹੁੰਦੇ ਹੋ, ਜਿੰਨੀ ਕੋਸ਼ਿਸ਼ ਕਰਦੇ ਹੋ ਪ੍ਰੇਮ ਕਰਨ ਦੀ, ਤ੍ਰਿਪਤ ਥੋੜ੍ਹੀ ਹੋ ਰਹੇ ਹੋ। ਤੇ ਜੋ ਪ੍ਰੇਮ ਦੁਆਰਾ ਤੁਸੀਂ ਸੁੱਖ ਪਾਉਂਦੇ ਹੋ, ਨਾ ਉਹ ਸੁੱਖ ਮਿਲਦਾ ਹੈ, ਨਾ ਤ੍ਰਿਪਤੀ ਮਿਲਦੀ। ਖਿਆਲ ਵਿੱਚ ਰੱਖੋ। ਇਹੋ ਹੀ ਕਾਰਨ ਹੈ ਕਿ ਪ੍ਰਭੂ ਦੇ ਪਿਆਰਿਆਂ ਦਾ ਉਪਦੇਸ਼ ਸੁਣ ਕੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਅਨੁਵਾਦਿਤ ਕਰ ਲੈਂਦੇ ਹੋ। ਜ਼ਿਆਦਾਤਰ ਲੋਕ ਇਉਂ ਹੀ ਕਰਦੇ ਹਨ ਧਾਰਮਿਕ। ਉਹ ਸੋਚਦੇ ਹਨ ਕਿ ਅਸੀਂ ਜੋ ਪ੍ਰੇਮ ਕਰ ਰਹੇ ਹਾਂ ਇਸ ਪ੍ਰੇਮ ਬਾਰੇ ਕਿਹਾ ਹੈ। ਨਹੀਂ, ਇਹਨੂੰ ਪ੍ਰੇਮ ਨੂੰ ਜੋ ਸੰਸਾਰੀ ਲੋਕ ਕਰ ਰਹੇ ਹਨ ਇਹਨੂੰ ਤੇ ਝੂਠੀ ਪ੍ਰੀਤ ਕਿਹਾ ਹੈ। ਜਗ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹ ਤੇ ਝੂਠੀ ਹੈ। ਇਸੇ ਕਰਕੇ ਇੱਥੇ ਤ੍ਰਿਪਤੀ ਨਹੀਂ ਮਿਲਦੀ। ਇਹੋ ਹੀ ਫਰਕ ਹੈ ਕਿ ਸੰਸਾਰਿਕ ਪ੍ਰੇਮ ਦੇ ਵਿੱਚ ਤ੍ਰਿਪਤ ਨਹੀਂ ਹੈ ਕੋਈ ਵੀ, ਕਦੇ ਨਹੀਂ ਹੋ ਸਕਦਾ ਹੈ। ਇਸੇ ਅਤ੍ਰਿਪਤੀ ਬਣੇ ਹੀ ਰਹੇਗੀ। ਤੇ ਜਿੱਥੇ ਅਤ੍ਰਿਪਤੀ ਹੈ ਉੱਥੇ ਸ਼ਾਂਤੀ ਨਹੀਂ ਹੈ, ਉੱਥੇ ਅਸ਼ਾਂਤੀ ਰਹੇਗੀ। ਕਿਉਂਕਿ ਮਿਲਣ ਦੀ ਚਾਹ, ਕਿਉਂਕਿ ਮਿਲਦਾ ਨਹੀਂ ਹੈ। ਫਿਰ ਸੋਚਦਾ ਹੈ ਆਦਮੀ ਮਿਲੇਗਾ, ਸੁੱਖ ਮਿਲੇਗਾ, ਪ੍ਰੇਮ ਮਿਲੇਗਾ, ਉਹ ਵਾਸ਼ਨਾ ਕਾਇਮ ਰਹਿੰਦੀ ਹੈ। ਮਿਲਦਾ ਨਹੀਂ ਹੈ ਕੋਈ, ਕਿਉਂਕਿ ਸਭ ਭੁੱਖੇ ਹਨ ਇੱਥੇ, ਸਭ ਮੰਗ ਰਹੇ ਹਨ, ਸਭ ਮੰਗਤੇ ਹਨ, ਸਭ ਸੁੱਖ ਮੰਗ ਰਹੇ ਹਨ, ਸਭ ਪ੍ਰੇਮ ਮੰਗ ਰਹੇ ਹਨ, ਹੈ ਕਿਸੇ ਕੋਲ ਵੀ ਨਹੀਂ। ਇਸ ਕਰਕੇ ਇੱਥੇ ਮਿਲਦਾ ਕਿਸੇ ਨੂੰ ਵੀ ਨਹੀਂ ਹੈ। ਸਭ ਅਤ੍ਰਿਪਤ ਹਨ, ਭੱਜੇ ਫਿਰਦੇ ਹਨ, ਬੜੀ ਕੋਸ਼ਿਸ਼ ਕਰਦੇ ਹਨ। 4 ਦਿਨ ਪ੍ਰੇਮ ਟਿਕਦਾ ਹੈ, ਉਹ ਫਿਰ ਅਤ੍ਰਿਪਤ ਹੋ ਜਾਂਦਾ ਹੈ ਆਦਮੀ। ਤੇ ਇੱਥੇ ਅਤ੍ਰਿਪਤੀ ਵੱਧਦੀ ਹੈ ਸੰਸਾਰਿਕ ਪ੍ਰੇਮ ਨਾਲ, ਪ੍ਰਭੂ ਪ੍ਰੇਮ ਨਾਲ ਤ੍ਰਿਪਤ ਹੁੰਦਾ ਹੈ। ਇਹੋ ਹੀ ਫਰਕ ਹੈ ਸੰਸਾਰਿਕ ਪ੍ਰੇਮ ਦਾ ਤੇ ਪ੍ਰਮਾਤਮਾ ਦੇ ਪ੍ਰੇਮ ਦਾ। ਸੰਸਾਰਿਕ ਸੁੱਖ ਦੇ ਵਿੱਚ ਵੀ ਤ੍ਰਿਪਤੀ ਨਹੀਂ ਹੈ। ਇੱਥੇ ਵੀ ਸੁੱਖ ਮਿਲਦਾ ਹੈ, ਮਿਲਦਾ ਕਿੱਥੇ ਹੈ? ਖਿਆਲ ਹੀ ਹੈ। ਗਾਂ ਤੋਂ ਗਾਂ ਆਦਮੀ ਹੋਰ ਸੁੱਖ, ਹੋਰ ਸੁੱਖ, ਇੱਦਾਂ ਹੀ ਪ੍ਰੇਮ ਦੇ ਵਿੱਚ ਚੱਲਦਾ ਹੈ। ਅਤ੍ਰਿਪਤੀ ਬਣੀ ਰਹਿੰਦੀ। ਤ੍ਰਿਪਤ ਕੋਈ ਵੀ ਨਹੀਂ ਹੋ ਨਹੀਂ ਸਕਦਾ, ਕਿਉਂਕਿ ਝੂਠਾ ਪ੍ਰੇਮ ਵਾਸਤਵਿਕ ਨਹੀਂ। ਜਿਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆ ਗਾਏ, ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ। ਉਹ ਜਿਹੜੇ ਤ੍ਰਿਪਤ ਹੋ ਜਾਂਦੇ ਹਨ ਨਾ, ਉਹ ਆਪਣਾ ਆਪ ਛੱਡ ਦਿੰਦੇ ਹਨ। ਜਿਹਦੇ ਨਾਲ ਪ੍ਰੇਮ ਕਰਦੇ ਹਨ ਨਾ, ਉਹਨੂੰ ਟੋਟਲ ਹੀ ਆਪਣਾ ਆਪ ਸਮਰਪਿਤ ਕਰ ਦਿੰਦੇ ਹਨ, ਤਿਆਗ ਦਿੰਦੇ ਹਨ।
ਤੇ ਉਹਨਾਂ ਨੂੰ ਫਿਰ ਪਰਮਾਤਮਾ ਗਲ ਲਾਉਂਦਾ ਹੈ। ਜਿਹੜਾ ਆਪਣਾ ਆਪ ਸਮਰਪਿਤ ਹੀ ਕਰ ਦਿੱਤਾ, ਜਿਨਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕੋਲ ਪੰਜਾਂ ਪਿਆਰੇ ਸਮਰਪਿਤ ਹੋ ਗਏ ਸਨ, ਉਹਨਾਂ ਨੂੰ ਗਲ ਨਾਲ ਲਾਇਆ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਹੈ ਤਾਂ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਹੁਣ ਸੰਸਾਰਿਕ ਆਦਮੀ ਜਿੰਨਾ ਮਰਜ਼ੀ ਕਿਸੇ ਨਾਲ ਪ੍ਰੇਮ ਕਰ ਲਵੇ, ਵਿਛੜਨਾ ਤੇ ਹੈ, ਸਦਾ ਤੇ ਰਹਿਣਾ ਨਹੀਂ। ਭਾਵੇਂ ਕੋਈ ਬੱਚਿਆਂ ਨਾਲ ਪ੍ਰੇਮ ਕਰੋ ਤਾਂ ਵੀ ਸਦਾ ਨਹੀਂ ਰਹਿਣਾ ਹੈ। ਕਿਸੇ ਨਾਲ ਵੀ ਕਰ ਲਓ ਤੁਸੀਂ, ਪ੍ਰੇਮ ਸਦਾ ਥੋੜ੍ਹੀ ਰਹਿੰਦਾ, ਵਿਛੋੜਾ ਤੇ ਹੋਵੇਗਾ ਹੀ। ਇੱਕੋ ਇੱਕ ਪ੍ਰੇਮ ਹੈ ਜੋ ਸਦਾ ਹੀ ਰਹਿਣ ਵਾਲਾ ਹੈ, ਉਹਦੇ ਵਿੱਚ ਹੀ ਤ੍ਰਿਪਤੀ ਮਿਲਦੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਪਰਮਾਤਮਾ ਵਰਗਾ ਹੋਰ ਦੂਸਰਾ ਨਹੀਂ ਹੈ ਜਿਹਦੀ ਸ਼ਰਨ ਜਾਇਆ ਜਾ ਸਕੇ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਲਿਆ ਹਰ ਰਾਏ। ਆਹਾ ਦੇਖੋ, ਕਹਿੰਦੇ ਹਨ ਅੱਸੂ ਮਹੀਨੇ ਦੇ ਵਿੱਚ ਉਹ ਸੁਖੀ ਵਸਦਾ ਹੈ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੈ, ਪਰਮਾਤਮਾ ਦੀ ਬਖਸ਼ਿਸ਼। ਤੇ ਪਰਮਾਤਮਾ ਦੀ ਬਖਸ਼ਿਸ਼ ਕਿਹਨਾਂ ਤੇ ਹੈ? ਜਿਨ੍ਹਾਂ ਅੰਦਰ ਪਰਮਾਤਮਾ ਦੀ ਪਿਆਸ ਪੈਦਾ ਹੋ ਗਈ, ਪਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ, ਪਰਮਾਤਮਾ ਦੀ ਉਮੰਗ ਚਾਓ ਪੈਦਾ ਹੋ ਗਿਆ, ਮਿਲਣ ਦੀ ਇੱਛਾ ਪੈਦਾ ਹੋ ਗਈ, ਤੜਫ ਪੈਦਾ ਹੋ ਗਈ, ਉਹਨਾਂ ਤੇ ਹੀ ਕਿਰਪਾ ਹੈ। ਉਹ ਯਾਦ ਕਰਦੇ ਹਨ ਪਰਮਾਤਮਾ। ਵਿਣ ਪ੍ਰਭ ਕਿਉਂ ਸੁਖ ਪਾਈਏ, ਉਹਦੇ ਤੋਂ ਬਗੈਰ ਸੁੱਖ ਥੋੜ੍ਹੀ ਮਿਲਦਾ। ਹੋਰ ਦੂਜੀ ਨਾ ਹੀ ਜਾਏ, ਹੋਰ ਕਿਤੇ ਵੀ ਨਹੀਂ ਮਿਲਦਾ, ਜਿੱਥੇ ਮਰਜ਼ੀ ਚਲੇ ਜਾਓ ਉਹਦੇ ਤੋਂ ਹੀ ਮਿਲਦਾ ਹੈ ਸੁੱਖ। ਉਹ ਹੀ ਸੁੱਖਾਂ ਦਾ ਖਜ਼ਾਨਾ ਹੈ। ਤੇ ਜਿਹਦੇ ਤੇ ਪਰਮਾਤਮਾ ਦੀ ਬਖਸ਼ਿਸ਼ ਹੈ, ਕਿਰਪਾ ਹੈ, ਉਹਨਾਂ ਨੂੰ ਪਰਮਾਤਮਾ ਦੀ ਪਿਆਸ ਪੈਦਾ ਹੁੰਦੀ ਹੈ। ਹੁਣ ਦੇਖੋ ਫਰਕ, ਤੁਸੀਂ ਖਿਆਲ ਕਰੋ। ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੈ। ਤੁਸੀਂ ਉੱਦਾਂ ਹੀ ਕਹੀ ਜਾਂਦੇ ਅਸੂ ਦਾ ਮਹੀਨਾ ਸੁੱਖ ਭਰਿਆ ਹੋਵੇ, ਇੱਦਾਂ ਤੇ ਸਾਰੇ ਮੈਸੇਜ ਕਰੀ ਜਾਂਦੇ ਹਨ ਇੱਕ ਦੂਸਰੇ। ਆਪਣਿਆਂ ਨੂੰ ਤੇ ਸਾਰੇ ਹੀ ਇਹੋ ਕਹਿੰਦੇ ਹਨ, ਪਰ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ, ਜਿਹੜੇ ਝੂਠੇ ਪ੍ਰੇਮ ਦੇ ਵਿੱਚ ਤੁਸੀਂ ਪਏ ਹੋਏ ਹੋ, ਜਿਹੜੇ ਝੂਠੇ ਪ੍ਰੇਮ ਕਰਕੇ ਹੀ ਤੁਸੀਂ ਇਹ ਅਸੀਸਾਂ ਦੇ ਰਹੇ ਹੋ, ਜਿਹੜੇ ਝੂਠੇ ਸੁੱਖਾਂ ਕਰਕੇ ਤੁਸੀਂ ਉਲਝੇ ਹੋਏ ਹੋ, ਇਹਦੇ ਦੁਆਰਾ ਸੁੱਖ ਥੋੜ੍ਹੀ ਮਿਲਣੇ, ਸਿਰਫ ਕਹਿਣ ਮਾਤਰ ਥੋੜ੍ਹੀ। ਇਹਨਾਂ ਉਪਦੇਸ਼ਾਂ ਨੂੰ ਸਮਝਿਆ ਕਰੋ। ਇਹ ਸਿਰਫ ਉੱਦਾਂ ਹੀ ਨਹੀਂ ਦਿੱਤੇ ਹਨ, ਇਹਨੂੰ ਵਾਰ-ਵਾਰ ਸਮਝਣ ਦੀ ਕੋਸ਼ਿਸ਼ ਕਰੋ, ਧਿਆਨ ਵਿੱਚ ਰੱਖੋ। ਖਿਆਲ ਵਿੱਚ ਰੱਖੋ, ਬਹੁਤ ਪਿਆਰੇ ਉਪਦੇਸ਼ ਹਨ। ਤੈਨੂੰ ਦਾ ਵਾਰ-ਵਾਰ ਚਿੰਤਨ ਕਰਿਆ ਕਰੋ, ਖਿਆਲ ਵਿੱਚ ਰੱਖਿਆ ਕਰੋ, ਵਾਰ-ਵਾਰ ਪੜ੍ਹਿਆ ਕਰੋ। ਤੇ ਵਾਸਤਵਿਕ ਦੇ ਵਿੱਚ ਉਹ ਨਾ ਪਰਮ ਪੁਰਖਾਂ ਦਾ ਉਪਦੇਸ਼ ਹੈ। ਵਾਸਤਵਿਕ ਪ੍ਰੇਮ ਦੀ ਗੱਲ ਕੀਤੀ ਹੈ, ਵਾਸਤਵਿਕ ਸੁੱਖ ਦੀ ਗੱਲ ਕੀਤੀ। ਜਿਸ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਉਹਦੀ ਸ਼ਰਨ ਜਾਓ, ਪਰਮਾਤਮਾ ਦੀ। ਸੰਸਾਰ ਦੀ ਸ਼ਰਨ ਨਾ ਜਾਓ, ਇੱਥੇ ਸੁੱਖ ਨਹੀਂ, ਇੱਥੇ ਕਿਤੇ ਸੁੱਖ ਨਾ ਮੰਗੋ, ਇਹਨਾਂ ਸੁੱਖਾਂ ਦੀ ਆਸਾ ਛੱਡੋ। ਤੇ ਖਿਆਲ ਵਿੱਚ ਰੱਖੋ, ਧਿਆਨ ਵਿੱਚ ਰੱਖੋ। ਇਹਨਾਂ ਉਪਦੇਸ਼ਾਂ ਨੂੰ ਸਿੱਖ ਵੀ ਭਾਵੇਂ ਪੜ੍ਹਦੇ ਹਨ, ਤਕਰੀਬਨ ਹਰ ਗੁਰਦੁਆਰੇ ਦੇ ਵਿੱਚ ਹੀ
ਇਸ ਮਹੀਨੇ ਦਾ ਪਾਠ ਵੀ ਹੋਇਆ ਹੋਵੇਗਾ, ਪਰ ਕਿਸੇ ਨੂੰ ਖਿਆਲ ਨਹੀਂ ਹੈ ਵੀ ਕੀ ਕਿਹਾ ਜਾ ਰਿਹਾ। ਉਲਝਣਾਂ 'ਚ ਫਸੇ ਹੋਏ, ਤੰਦਿਆਂ 'ਚ ਫਸੇ ਹੋਏ, ਬਸ ਸੁੱਖਾਂ ਦੀ ਆਸ਼ਾ ਕਰੀ ਜਾਂਦੇ ਹਨ। ਤੇ ਵਾਸਤਵਿਕ ਦੇ ਵਿੱਚ ਸਮਝਿਆ ਕਰੋ, ਜੋ ਕਿਹਾ ਗਿਆ ਹੈ ਸਮਝਣ ਵਾਸਤੇ, ਜੀਵਨ 'ਚ ਕਮਾਉਣ ਵਾਸਤੇ ਖਿਆਲ ਵਿੱਚ ਰੱਖਿਆ ਕਰੋ। ਇੱਕ ਖਿਆਲ ਵਿੱਚ ਹੋਰ ਗੱਲ ਆਈ ਹੈ ਵੀ ਕੱਲ ਅਸੀਂ ਇੱਧਰ ਜੋ ਸ਼ਾਂਤ ਬੇਲਾ ਸਥਾਨ ਹੈ ਉੱਥੇ ਪਹੁੰਚ ਗਏ ਤੇ ਕੁਛ ਕੁ ਟੈਲੀਫੋਨ ਆਏ ਸਨ ਜਦੋਂ ਅਸੀਂ ਸ਼ਿਮਲੇ ਸੀ ਵੀ ਅਸੀਂ ਆਉਣਾ ਚਾਹੁੰਦੇ ਹਾਂ, ਕੁਛ ਮਾਈ ਭਾਈ। ਉਹਨਾਂ ਨੂੰ ਥੋੜ੍ਹਾ ਜਿਹਾ ਸਬਰ ਕਰਨਾ ਪਵੇਗਾ, ਕੁਛ ਦਿਨ ਹੋਰ, ਕਿਉਂਕਿ ਇੱਥੇ ਸ਼ਾਂਤ ਬੇਲੇ ਦੇ ਜੋ ਥੱਲੇ ਖੱਡ ਹੈ, ਚੋਈ ਚੱਲਦੀ ਹੈ ਬਰਸਾਤੀ, ਉਹਦੇ ਵਿੱਚ ਪਾਣੀ ਜ਼ਿਆਦਾ ਆਉਣ ਕਰਕੇ ਉਹ ਜੋ ਪੁਲੀ ਰੈਂਪ ਬੱਧਾ ਹੋਇਆ ਸੀ ਉਹ ਸਾਰਾ ਹੜ ਗਿਆ ਹੈ। ਹੁਣ ਸੇਵਾਦਾਰ ਦੁਬਾਰਾ ਕੰਮ ਸ਼ੁਰੂ ਕਰਾਉਣਗੇ ਤੇ ਕੁਛ ਦਿਨ ਲੱਗਣਗੇ। ਤੇ ਇਹ ਜੋ ਮੇਰੇ ਕੋਲ ਟੈਲੀਫੋਨ ਹੈ ਇਹ ਹੁਣ ਜ਼ਿਆਦਾ ਸਮਾਂ ਬੰਦ ਹੀ ਰਿਹਾ ਕਰੇਗਾ। ਤੇ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ ਜਿਹੜੇ ਸੇਵਾ ਕਰਾ ਰਹੇ ਹਨ ਜਾਂ ਕਰ ਰਹੇ ਹਨ ਉਹਨਾਂ ਦੇ ਨਾਲ ਕੀਤਾ ਜਾ ਸਕਦਾ ਹੈ। ਤੇ ਹੁਣ ਰਿਕਾਰਡਿੰਗਾਂ ਜਿਹੜੀਆਂ ਹਨ ਉਹ ਵੀ ਬਹੁਤੀਆਂ ਨਹੀਂ ਪਿਆ ਕਰਨਗੀਆਂ, ਕਿਉਂਕਿ ਬਹੁਤ ਰਿਕਾਰਡਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਹਰ ਪੱਖ ਤੋਂ ਹੀ ਸਮਝਾਇਆ ਜਾ ਚੁੱਕਾ ਹੈ। ਤੇ ਬਹੁਤ ਸਮੇਂ ਤੋਂ ਲਗਾਤਾਰ ਬੋਲਿਆ ਗਿਆ ਹੈ ਤੇ ਹੁਣ ਜੀਵਨ ਦੇ ਵਿੱਚ ਢਲਣ ਦਾ ਸਮਾਂ ਹੈ। ਉਹਨੂੰ ਜੋ ਕਿਹਾ ਗਿਆ ਹੈ ਉਹਨੂੰ ਸਮਝੋ, ਆਪਣੇ ਜੀਵਨ 'ਚ ਢਾਲੋ। ਉਹ ਸਿਰਫ ਉੱਦਾਂ ਹੀ ਨਹੀਂ ਕਿਹਾ ਗਿਆ ਹੈ ਜਿਵੇਂ ਆ ਉਪਦੇਸ਼ ਦਿੱਤਾ ਗਿਆ ਹੈ, ਸਿਰਫ ਸੁਣਨ ਮਾਤਰ ਵਾਸਤੇ ਨਹੀਂ, ਆਪਣੇ ਜੀਵਨ ਦੇ ਵਿੱਚ ਢਾਲਿਆ ਕਰੋ। ਵਾਰ-ਵਾਰ ਉਹਨੂੰ ਖਿਆਲ ਵਿੱਚ ਰੱਖਿਆ ਕਰੋ, ਧਿਆਨ ਵਿੱਚ ਰੱਖੋ, ਸਿਮਰਨ ਕਰੋ, ਚਿੰਤਨ ਕਰੋ, ਉਪਦੇਸ਼ ਨੂੰ ਯਾਦ ਰੱਖੋ। ਅਗਰ ਜੀਵਨ 'ਚ ਢਾਲੋਗੇ ਤਾਂ ਹੀ ਉਹਦੀ ਸਾਰਥਕਤਾ ਸਮਝ ਵਿੱਚ ਆਵੇਗੀ। ਜੋ ਕਿਹਾ ਗਿਆ ਹੈ ਤਾਂ ਹੀ ਤੁਹਾਨੂੰ ਸਮਝ ਵਿੱਚ ਵੀ ਆਵੇਗਾ। ਪ੍ਰੈਕਟੀਕਲ ਕਹਿੰਦੇ ਹਨ ਨਾ ਕਰਨਾ, ਉਹ ਜ਼ਰੂਰੀ। ਹੁਣ ਪ੍ਰੈਕਟੀਕਲ ਜ਼ਿਆਦਾ ਹੋਵੇਗਾ ਤੇ ਬਹੁਤ ਪੁਰਾਣੇ ਸਮੇਂ 'ਚ ਬੋਲਿਆ ਗਿਆ ਹੈ, ਬਹੁਤ ਸਮੇਂ ਤੋਂ ਬੋਲਿਆ ਜਾ ਰਿਹਾ ਹੈ। ਹੁਣ ਮੇਰੀ ਬੋਲਣ ਦੀ ਰੁਚੀ ਵੀ ਬਹੁਤੀ ਨਹੀਂ ਹੈ। ਹਾਂ, ਕੋਈ ਬਹੁਤ ਜ਼ਰੂਰੀ ਹੋਵੇਗਾ
ਬੋਲਣਾ, ਕੁਛ ਕਹਿਣਾ, ਤਾਂ ਉਸ ਸਮੇਂ ਕੁਛ ਕਿਹਾ ਜਾਵੇਗਾ। ਤੇ ਹੁਣ ਰਿਕਾਰਡਿੰਗ ਜਿਹੜੀ ਹੈ ਇਹ ਰੋਜ਼ ਨਹੀਂ ਹੋਵੇਗੀ। ਟੈਲੀਫੋਨ ਵੀ ਜ਼ਿਆਦਾ ਸਮਾਂ ਬੰਦ ਹੀ ਰਹੇਗਾ। ਤੇ ਮੈਂ ਚਾਹੁੰਦਾ ਹਾਂ ਵੀ ਜ਼ਿਆਦਾ ਤੁਸੀਂ ਅਮਲ ਕਰੋ। ਜੀਵਨ 'ਚ ਟਾਲੋ। ਹੁਣ ਦੇਖੋ ਕਿੱਡਾ ਵਧੀਆ ਇਸ ਮਹੀਨੇ ਦਾ ਉਪਦੇਸ਼, ਅਗਰ ਤੁਸੀਂ ਇਹੋ ਹੀ ਯਾਦ ਰੱਖ ਲਓ ਤੇ ਇਹਦੇ ਦੁਆਰਾ ਵੀ ਮੁਕਤ ਹੋ ਸਕਦੇ ਹੋ। ਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੇ ਲਾਗਾ। ਦੇਖੋ, ਵਿਣ ਪ੍ਰਭ ਕਿਉਂ ਸੁਖ ਪਾਈਏ, ਹੋਰ ਦੂਜੀ ਨਾਹੀ। ਜਿਨੀ ਚਾਖਿਆ ਪ੍ਰੇਮ ਰਸ ਥੇ ਤ੍ਰਿਪਤ ਰਹੇ ਅਗਾਏ। ਜਿਨ੍ਹਾਂ ਨੇ ਉਹ ਪ੍ਰੇਮ ਦਾ ਰਸ ਚੱਖਿਆ ਹੈ ਉਹ ਤ੍ਰਿਪਤ ਹੋ ਗਏ। ਉਹਨਾਂ ਨੂੰ ਹੁਣ ਕੁਛ ਵੀ ਨਹੀਂ ਚਾਹੀਦਾ। ਦਰਅਸਲ ਜਿਹੜਾ ਤ੍ਰਿਪਤ ਹੋ ਗਿਆ ਨਾ, ਸੰਤੁਸ਼ਟ ਹੋ ਗਿਆ, ਉਹ ਹੀ ਸ਼ਾਂਤ ਵੀ ਹੋ ਗਿਆ। ਤੇ ਪ੍ਰਮਾਤਮਾ ਦੇ ਪ੍ਰੇਮ ਤੋਂ ਬਿਨਾਂ, ਪ੍ਰਮਾਤਮਾ ਦੇ ਪ੍ਰੇਮ ਚੱਖੇ ਤੋਂ ਬਿਨਾਂ, ਜਿਨੀ ਚਾਖਿਆ ਪ੍ਰੇਮ ਰਸ, ਖਿਆਲ ਵਿੱਚ ਪ੍ਰੇਮ ਰਸ ਚੱਖ ਲਿਆ ਪਰਮਾਤਮਾ, ਉਹ ਹੀ ਤ੍ਰਿਪਤ ਹੋ ਗਿਆ। ਉਹਨੂੰ ਹੁਣ ਕੁਛ ਨਹੀਂ ਚਾਹੀਦਾ। ਸੰਸਾਰਿਕ ਪ੍ਰੇਮ ਰਸ ਚੱਖ ਕੇ ਤੁਸੀਂ ਤ੍ਰਿਪਤ ਨਹੀਂ ਹੋਗੇ। ਖਿਆਲ ਵਿੱਚ ਰੱਖਿਓ। ਸੰਸਾਰ ਦੇ ਪ੍ਰੇਮ ਰਸ ਚੱਕ ਕੇ ਕੋਈ ਤ੍ਰਿਪਤ ਨਹੀਂ ਹੁੰਦਾ। ਤ੍ਰਿਪਤੀ ਇੱਥੇ ਮਿਲਦੀ ਨਹੀਂ ਹੈ, ਸੰਤੁਸ਼ਟੀ ਇੱਥੇ ਹੈ ਨਹੀਂ, ਸ਼ਾਂਤੀ ਇੱਥੇ ਹੋ ਨਹੀਂ ਸਕਦੀ। ਇੱਥੇ ਤੇ ਵਾਸ਼ਨਾ ਬਣੀ ਰਹਿੰਦੀ ਹੈ, ਹੋਰ ਹੋਰ ਚਾਹਤਾਂ, ਕਾਮਨਾਵਾਂ, ਇੱਛਾ, ਤੇ ਸ਼ਾਂਤੀ ਕਿੱਥੇ। ਇੱਥੇ ਤੇ ਹੋਰ ਤ੍ਰਿਪਤੀ ਹੁੰਦੀ ਹੈ। ਜਿੰਨਾ ਪ੍ਰੇਮ ਕੋਈ ਕਰਦਾ ਹੈ, ਹੋਰ ਇੱਕ ਨਾ ਕਰਦਾ ਹੈ, ਹੋਰ ਨਾ ਕਰਦਾ ਹੈ, ਹੋਰ ਨਾ ਕਰਦਾ ਹੈ, ਹੋਰ ਨਾ ਕਰਦਾ। ਕਿੱਥੇ ਵਾਸ਼ਨਾ ਠਹਿਰਦੀ ਹੈ? ਤ੍ਰਿਪਤ ਕੋਈ ਹੈ ਹੋ ਸਕਦਾ ਨਹੀਂ, ਸੰਸਾਰ 'ਚ ਹੋ ਹੀ ਨਹੀਂ ਸਕਦਾ, ਕਿਉਂਕਿ ਝੂਠਾ ਪ੍ਰੇਮ ਹੈ, ਝੂਠੀ ਪ੍ਰੀਤ। ਤੇ ਇੱਥੇ ਤ੍ਰਿਪਤੀ ਨਹੀਂ, ਜਿੰਨਾ ਚਿਰ ਤ੍ਰਿਪਤੀ ਨਹੀਂ ਹੈ ਉਹਨਾਂ ਚਿਰ ਸ਼ਾਂਤੀ ਨਹੀਂ ਹੈ। ਇਹ ਖਿਆਲ ਵਿੱਚ ਰੱਖੋ। ਸੰਸਾਰਿਕ ਪ੍ਰੇਮ ਦੇ ਵਿੱਚ ਤ੍ਰਿਪਤੀ ਨਹੀਂ ਹੈ, ਇਹਨੂੰ ਹੀ ਮੋਹ ਕਿਹਾ ਹੈ। ਇਸ ਪ੍ਰੇਮ ਦੀ ਗੱਲ ਨਹੀਂ ਕੀਤੀ ਜਾ ਰਹੀ, ਇਹਨੂੰ ਤੇ ਵਿਅਰਥ ਕਿਹਾ ਜਾ ਰਿਹਾ, ਝੂਠਾ ਕਿਹਾ ਜਾ ਰਿਹਾ। ਇੱਧਰੋਂ ਤੇ ਵੈਰਾਗ ਹੋਵੇਗਾ, ਤਿਆਗ ਹੋਵੇਗਾ। ਉਹ ਵਾਸਤਵਿਕ ਪ੍ਰੇਮ ਜਿਹੜਾ ਹੈ ਨਾ, ਉਹਦਾ ਫੁੱਲ ਤੁਹਾਡੇ ਅੰਦਰ ਖਿੜਦਾ ਹੈ। ਜਦੋਂ ਇੱਧਰੋਂ ਵੈਰਾਗ ਹੋ ਗਿਆ ਸੰਸਾਰ ਵੱਲੋਂ, ਤੁਸੀਂ ਉਪਰਾਮ ਹੋ, ਫਿਰ ਉਹਦੀ ਕਲੀ ਖਿੜਦੀ ਹੈ, ਉਹ ਜਿਹੜਾ ਵਾਸਤਵਿਕ ਪ੍ਰੇਮ ਹੈ। ਉਹਦੀ ਜਦੋਂ ਪਿਆਸ ਜਾਗਦੀ ਹੈ, ਉਹ ਮਾਹੜਾ, ਉਹ ਮੰਗ ਜਾਗਦੀ ਹੈ। ਫਿਰ ਆਦਮੀ ਲੱਭਦਾ ਹੈ ਪ੍ਰਭੂ ਪਿਆਰਿਆਂ ਨੂੰ, ਵੀ ਕੋਈ ਹੈ ਜਿਹੜਾ ਮੈਨੂੰ ਮਿਲਾ ਸਕੇ। ਕੋਈ ਸੱਜਣ ਸੰਤ ਮਿਲੇ ਵਡਭਾਗੀ, ਤਿਸ ਨਿਵ ਨਿਵ ਲਾਗੋਂ ਪਾਏ, ਉਹਦੇ ਵਾਰ ਵਾਰ ਪੈਰ ਲਾਵਾਂ, ਜੋ ਪ੍ਰਭ ਕੀ ਬਾਤ ਸੁਣਾਵੇ। ਕਹੋ ਨਾਨਕ ਕਿਆ ਕੀਜੇ, ਕਹਿੰਦੇ ਸੀਸ ਵੱਡੇ ਘਰ ਆਸਣ ਦੀਜੇ, ਬਿਨ ਸਿਰ ਸੇਵ ਕਰੀ। ਆਹ ਦੇਖੋ, ਕੋਈ ਪਿਆਰਾ ਪ੍ਰਭੂ ਦੀ ਗੱਲ ਹੀ ਸੁਣਾਵੇ, ਪਿਆਰੇ ਦੀ ਬਾਤ ਸੁਣਾਵੇ, ਕੋਈ ਮਿਲਾ ਦੇਵੇ। ਤੇ ਐਸਾ ਜਿਹੜਾ
ਪਿਆਸਾ ਹੈ ਨਾ ਜਿਨ ਕੋ ਲੱਗੀ ਪਿਆਸੇ, ਮੈਂ ਵਾਰ-ਵਾਰ ਕਹਿਣਾ, ਉਹਨਾਂ ਨੂੰ ਹੀ ਉਹ ਅੰਮ੍ਰਿਤ ਮਿਲਦਾ ਹੈ। ਤੇ ਪਿਆਸ ਲੱਗਦੀ ਹੈ, ਇਹ ਉਪਦੇਸ਼ਾਂ ਨੂੰ ਖਿਆਲ ਵਿੱਚ ਵਾਰ-ਵਾਰ ਲਿਆਓਗੇ, ਹਿਰਦੇ 'ਚ ਵਸਾਓਗੇ, ਤਾਂ ਸਤ ਸੰਗਤ ਦੇ ਨਾਲ ਪ੍ਰਯਾਸ ਜਾਗਦੀ ਹੈ, ਪ੍ਰਮਾਤਮਾ ਦੀ ਤੜਫ ਜਾਗਦੀ। ਤੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇਗਾ, ਤੋ ਫਿਰ ਤ੍ਰਿਪਤ ਹੋ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਪ੍ਰੇਮ ਰਸ ਚੱਖ ਲਿਆ, ਉਹ ਸੰਤੁਸ਼ਟ ਹੋ ਜਾਂਦੇ। ਉਹਨਾਂ ਦੇ ਅੰਦਰ ਕੋਈ ਵੀ ਵਾਸ਼ਨਾ ਨਹੀਂ ਰਹਿ ਜਾਂਦੀ, ਕਿਉਂਕਿ ਉਹ ਰਸ ਹੀ ਐਸਾ ਹੈ। ਨਾ ਉਹਨਾਂ ਨੂੰ ਕੋ ਭੋਗਣ ਦੀ ਵਾਸ਼ਨਾ ਹੈ, ਨਾ ਕੁਛ ਖਾਣ ਦੀ ਕੁਛ ਚਾਹਤ ਹੈ, ਵਾਸ਼ਨਾ ਹੈ। ਉਹਨਾਂ ਦੀ ਜੀਭ ਵੀ ਤ੍ਰਿਪਤ ਹੋਊਗੀ, ਉਹਨਾਂ ਦੇ ਇੰਦਰੀ ਤ੍ਰਿਪਤ ਹੋ ਗਏ। ਨਾ ਸੁਣਨ ਦੀ ਕੋਈ ਵਾਸ਼ਨਾ ਹੈ, ਨਾ ਦੇਖਣ ਦੀ ਕੋਈ ਵਾਸ਼ਨਾ ਹੈ। ਦੇਖੋ, ਖਿਆਲ ਵਿੱਚ ਰੱਖੋ, ਦੇਖਣ ਦੀ ਵੀ ਵਾਸ਼ਨਾ ਨਹੀਂ ਹੈ। ਇਹੋ ਹੀ ਤੇ ਕਹਿ ਰਹੇ ਹਨ ਭੀਖਨ ਜੀ, ਕਹੋ ਭੀਖਨ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹਿ ਸੁਖ। ਕਹਿੰਦੇ ਸੰਤੁਸ਼ਟ ਹੋ ਗਏ ਮੇਰੇ ਨੈਣ, ਮੇਰੀਆਂ ਅੱਖਾਂ ਹੁਣ ਦੇਖਣਾ ਨਹੀਂ ਚਾਹੁੰਦੀਆਂ ਹਨ ਸੰਸਾਰ ਨੂੰ, ਕੋਈ ਵਾਸ਼ਨਾ ਨਹੀਂ ਹੈ ਦੇਖਣ ਦੀ, ਸੰਤੁਸ਼ਟ ਹੋ ਗਈਆਂ ਨਾ, ਹੁਣ ਦੇਖਣ ਦੀ ਵਾਸ਼ਨਾ ਨਹੀਂ ਹੈ। ਫੇਰ ਜਹ ਦੇਖਾਂ ਤਹਿ ਸੁਖ, ਹੁਣ ਪਰਮਾਤਮਾ ਦਿਖਦਾ। ਸੰਸਾਰ ਨੂੰ ਦੇਖਣ ਦੀ ਵਾਸ਼ਨਾ ਨਾ ਹੋਈ, ਜਦੋਂ ਤੁਹਾਡੀ ਵਾਸ਼ਨਾ ਹੀ ਨਹੀਂ ਦੇਖਣ ਦੀ, ਫਿਰ ਪਰਮਾਤਮਾ ਦਿਖਦਾ। ਸੁਣਨ ਦੀ ਵਾਸ਼ਨਾ ਨਹੀਂ ਹੈ, ਤੇ ਪਰਮਾਤਮਾ ਸੁਣਦਾ। ਜਦੋਂ ਕੋਈ ਵੀ ਵਾਸ਼ਨਾ ਨਹੀਂ ਰਹੀ, ਵਾਸ਼ਨਾ ਉਦੋਂ ਨਾ ਰਹੇਗੀ ਜਦੋਂ ਪਰਮਾਤਮਾ ਦੇ ਪ੍ਰੇਮ ਦਾ ਰਸ ਤੁਸੀਂ ਚੱਖ ਲਿਆ, ਫਿਰ ਸਭ ਰਸ ਫਿੱਕੇ ਹੋ ਜਾਂਦੇ। ਉਹ ਰਸ ਆਵਾ ਤੇ ਇਹ ਰਸ ਨਹੀਂ ਪਾਵਾ।